ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ 16ਵਾਂ। ਰਾਤ ਦੀ ਰੋਟੀ ਖਾਣ ਤੋਂ ਬਾਅਦ ਪਰਮੇ ਨਾਲ ਚੋਖਾ ਚਿਰ ਗੱਲਾਂ ਕਥਾ ਕਰਕੇ ਜਦ ਪੁੰਨਿਆ ਮੰਜੇ ਤੇ ਲੰਮੀ ਪਈ ਤੇ ਜਦ ਉਸਦੀ ਨੌਕਰਾਨੀ ਕਰਮੋ ਚੌਂਕੇ ਭਾਂਡੇ ਤੋਂ ਵਿਹਲੀ ਹੋ ਕੇ ਆਪਣੇ ਕੈਂਪ ਵਿੱਚ ਜਾ ਚੁੱਕੀ ਸੀ ਤਾਂ ਪੁੰਨਿਆ ਨੂੰ ਬੂਹਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ। ਵਕਤ 11 ਤੋਂ ਉੱਪਰ ਹੋ ਚੁੱਕਾ ਸੀ। ਬੂਹਾ ਖੋਲ ਕੇ ਉਸਨੂੰ ਡਰ, ਖੁਸ਼ੀ ਅਤੇ ਹੈਰਾਨੀ ਤਿੰਨਾਂ ਦਾ ਮਿਲਵਾਂ ਜਿਹਾ ਆਭਾਸ ਹੋਇਆ ਜਦ ਉਸਨੇ ਆਪਣੇ ਸਾਹਮਣੇ ਸ਼ੁਕਲ ਜੀ ਨੂੰ ਖੜੇ ਤੱਕਿਆ। ਇਹ ਭੱਦਰ ਪੁਰਸ਼ ਅੱਧੀ ਰਾਤੀ ਕੀ ਕਰਨ ਆਇਆ ਹੈ? ਸਮਝਣ ਵਿੱਚ ਉਸਨੂੰ ਦੇਰ ਨਾ ਲੱਗੀ। ਪਹਿਲਾਂ ਉਸਦਾ ਦਿਲ ਕੀਤਾ ਕਿ ਉਸਨੂੰ ਵਾਪਸ ਭੇਜ ਦੇਵੇ ਜਦ ਕਿ ਉਹ ਆਪਣੇ ਘਰ ਵਿੱਚ ਇਸ ਵੇਲੇ ਇਕੱਲੀ ਕਾਰੀ ਸੀ ਛੋਟੰਨੇ ਪਰਮੇ ਤੋਂ। ਪਰ ਉਸਨੂੰ ਖਿਆਲ ਆਇਆ, ਇਸ ਮਰੀਅਲ ਜਿਹੇ ਬੁੱਢੇ ਪਾਸੋਂ ਡਰਨ ਦਾ ਕਾਰਨ ਹੀ ਕੀ? ਇਸ ਵਰਗੇ ਤਾਂ ਦੋ ਦੀ ਮੁਰੰਮਤ ਕਰਨ ਲਈ ਮੈਂ ਇਕੱਲੀ ਕਾਫੀ ਹਾਂ। ਇਹ ਸੋਚ ਕੇ ਉਸਨੇ ਸ਼ੁਕਲ ਜੀ ਨੂੰ ਆਦਰ ਨਾਲ ਆਪਣੇ ਪੜ੍ਹਨ ਲਿਖਣ ਵਾਲੀ ਕਮਰੇ ਵਿੱਚ ਬਿਠਾਇਆ। ਫਿਰ ਵੀ ਜਦੋਂ ਉਸਦੇ ਸਾਹਮਣੇ ਵਾਲੀ ਕੁਰਸੀ ਤੇ ਬੈਠੀ ਤਾਂ ਉਸਦੇ ਅੰਦਰ ਇੱਕ ਕਾਂਬਾ ਜਿਹਾ ਪੈਦਾ ਹੋਇਆ, ਉਸ ਸ਼ਿਕਾਰੀ ਵਰਗਾ ਜਿਹੜਾ ਕਿਸੇ ਖਤਰਨਾਕ ਸ਼ਿਕਾਰ ਨੂੰ ਸਾਹਮਣੇ ਆਇਆ ਵੇਖ ਕੇ ਬੰਦੂਕ ਸੰਭਾਲਣ ਲੱਗਿਆ ਉਸਨੂੰ ਹੋਇਆ ਕਰਦਾ ਹੈ। ਪੁੰਨਿਆ ਸੋਚ ਰਹੀ ਸੀ ਸ਼ਿਕਾਰ ਦੇ ਵਾਰ ਨੂੰ ਕਿਸ ਤਰ੍ਹਾਂ ਰੋਕਣਾ ਹੋਵੇਗਾ ਤੇ ਉਸ ਉੱਤੇ ਜਵਾਬੀ ਵਾਰ ਕਿਹੜੇ ਢੰਗ ਨਾਲ ਕਰਨਾ ਹੋਵੇਗਾ ਇਤਿਆਦ। ਹੁਕਮ ਕਰੋ। ਪੁੰਨਿਆ ਇਸਤਰੀ ਸੁਭਾਵਕ ਸੰਕੋਚ ਨੂੰ ਦੂਰ ਹਟਾਉਂਦੀ ਹੋਈ ਬੋਲੀ, ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ? ਸੇਵਾ? ਉਸ ਵੱਲ ਮੁਜਰਮਾਨਾ ਜਿਹੀ ਨਜ਼ਰ ਨਾਲ ਤੱਕਦੇ ਹੋਏ ਸ਼ੁਕਲ ਜੀ ਬੋਲੇ, ਸੇਵਾ ਨਹੀਂ ਬੇਟੀ, ਇਸ ਵੇਲੇ ਤਾਂ ਮੈਂ ਤੁਹਾਡੇ ਪਾਸੋਂ ਭੀਖ ਮੰਗਣ ਆਇਆ ਹਾਂ, ਜੇ ਦੇ ਸਕੋ। ਹਰੇ ਰਾਮ! ਪੁੰਨਿਆ ਜਾਣ ਕੇ ਦਬਕਵੀਂ ਆਵਾਜ਼ ਵਿੱਚ ਬੋਲੀ, ਇਹ ਤੁਸੀਂ ਕੀ ਕਹਿ ਰਹੇ ਹੋ ਪੰਡਤ ਜੀ? ਖੰਗੂਰਾ ਮਾਰ ਕੇ ਸ਼ੁਕਲ ਜੀ ਬੋਲੇ, ਠੀਕ ਕਹਿ ਰਿਹਾ ਹਾਂ ਬੇਟੀ। ਜੇ ਤੁਸੀਂ ਚਾਹੋ ਤਾਂ ਇਸ ਬੁੱਢੇ ਦੀ ਇੱਜ਼ਤ ਨੂੰ ਰੁਲਣ ਤੋਂ ਬਚਾ ਸਕਦੇ ਹੋ। ਮੈਂ ਇਸ ਗੱਲੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ। ਤੁਸੀਂ ਜਾਣਦੇ ਹੋ ਕਿ ਗਲਤੀ ਹਰ ਇਨਸਾਨ ਕੋਲੋਂ ਹੋ ਜਾਇਆ ਕਰਦੀ ਹੈ। ਪੁੰਨਿਆ ਦਾ ਖਿਆਲ ਨਹੀਂ ਸੀ ਕਿ ਸ਼ੁਕਲ ਹੋਰ ਇਤਨੀ ਜਲਦੀ ਆਪਣੀ ਭੁੱਲ ਨੂੰ ਕਬੂਲ ਕਰ ਲੈਣਗੇ। ਉਹ ਤਾਂ ਸੋਚ ਰਹੀ ਸੀ ਕਿ ਇਹ ਪੁਰਾਣਾ ਖੁਰਾਂਟ ਖਬਰੇ ਕਿੰਨੀਆਂ ਕੁ ਹੇਰਾਫੇਰੀਆਂ ਨਾਲ ਆਪਣੀ ਨਿਰਦੋਸ਼ਤਾ ਦਾ ਢੋਂਗ ਰਚੇਗਾ। ਇਸੇ ਖਿਆਲ ਨੂੰ ਸਾਹਮਣੇ ਰੱਖ ਕੇ ਉਹ ਵੀ ਬਹੁਤ ਦੂਰ ਦੀਆਂ ਸੋਚਣ ਲੱਗ ਪਈ ਸੀ। ਪਰ ਹੁਣ ਤਾਂ ਸ਼ਿਕਾਰੀ ਨੂੰ ਨਾ ਬੰਦੂਕ ਸੰਭਾਲਣ ਦੀ ਲੋੜ ਸੀ ਨਾ ਗੋਲੀ ਭਰਨ ਦੀ, ਜਦ ਕਿ ਸ਼ਿਕਾਰ ਉਸਦੇ ਪੈਰਾਂ ਵਿੱਚ ਡਿੱਗਾ ਪਿਆ ਸੀ। ਸੋ ਉਸਦੇ ਅੰਦਰ ਜਿਹੜਾ ਕਾਂਬਾ ਸੀ ਸ਼ੁਕਲ ਜੀ ਦੀ ਪਹਿਲੀ ਗੱਲ ਨਾਲ ਹੀ ਦੂਰ ਹੋ ਗਿਆ। ਉਹ ਬੋਲੀ, ਖਿਮਾ ਕਰਨਾ ਪੰਡਤ ਜੀ, ਮੇਰਾ ਬਿਲਕੁਲ ਇਰਾਦਾ ਨਹੀਂ ਕਿ ਤੁਹਾਨੂੰ ਕਿਸੇ ਔਕੜ ਵਿੱਚ ਫਸਾਇਆ ਜਾਵੇ। ਨਾ ਹੀ ਜਾਤੀ ਤੌਰ ਤੇ ਮੇਰਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਹੈ। ਮੇਰਾ ਭਾਵ ਤਾਂ ਸਿਰਫ ਇੰਨਾ ਹੀ ਸੀ ਕਿ ਤੁਸਾਂ ਵਰਗੇ ਦੇਸ਼ ਭਗਤਾਂ ਲਈ ਸ਼ੋਭਦਾ ਨਹੀਂ ਕਿ ਲੋਭ ਵਿੱਚ ਫਸ ਕੇ ਆਪਣਾ ਲੋਕ ਪਰਲੋਕ ਵਿਗਾੜੋ। ਦੱਸੋ ਤੁਸੀਂ ਕੀ ਚਾਹੁੰਦੇ ਹੋ? ਮੈਂ ਤਾਂ ਸਗੋਂ ਤੁਹਾਡੇ ਪਾਸੋਂ ਪੁੱਛਣ ਲਈ ਆਇਆ ਹਾਂ ਕਿ ਤੁਸੀਂ ਕੀ ਚਾਹੁੰਦੇ ਹੋ। ਆਪਣੇ ਜੋ ਵੀ ਖਿਆਲ ਸਨ ਮੀਟਿੰਗ ਦੇ ਸਮੇਂ ਮੈਂ ਅਰਜ਼ ਕਰ ਦਿੱਤੇ ਨੇ, ਜਿਸ ਕਰਕੇ ਮੇਰਾ ਖਿਆਲ ਹੈ ਮੇਰੀ ਕੋਈ ਵੀ ਚਾਹ ਤੁਹਾਡੇ ਪਾਸੋਂ ਲੁਕੀ ਹੋਈ ਨਹੀਂ। ਮੈਂ ਸਮਝ ਲਿਆ ਬੀਬੀ, ਪਰ ਮੈਂ ਵੀ ਤੁਹਾਡੇ ਹੁਕਮ ਤੋਂ ਕਦੋਂ ਇਨਕਾਰੀ ਹਾਂ? ਕੀ ਮਤਲਬ? ਤੁਹਾਨੂੰ ਮਕਾਨ ਦੀ ਹੀ ਲੋੜ ਹੈ, ਸੋ ਤੁਸੀਂ ਜਮ ਮਕਾਨ ਵਿੱਚ ਆ ਕੇ ਰਹੋ। ਜਿੰਨੇ ਕਮਰੇ ਚਾਹੋ ਖਾਲੀ ਕਰਵਾ ਦਿੰਦਾ ਹਾਂ ਤੇ ਜਿਹੜਾ ਸਮਾਨ ਤੁਹਾਨੂੰ ਚਾਹੀਦਾ ਹੋਵੇ ਹਾਜ਼ਰ ਕਰ ਦਿਆਂਗਾ। ਹੋਰ ਵੀ ਤੁਹਾਡੀ ਸੇਵਾ ਖੁਸ਼ੀ ਨਾਲ ਕਰਾਂਗਾ। ਪੁੰਨਿਆ ਦੇ ਬੁੱਲ੍ਹਾਂ ਉੱਤੇ ਉਸ ਤਰ੍ਹਾਂ ਦੀ ਮੁਸਕਰਾਹਟ ਆ ਗਈ ਜਿਹੋ ਜਿਹੀ ਕਿਸੇ ਮੂਰਖ ਨੂੰ ਵੇਖ ਕੇ ਜਿਹੜਾ ਆਕਾਸ਼ ਵਿੱਚ ਮੰਡਲਾ ਰਹੇ ਬੱਦਲਾਂ ਨੂੰ ਢਾਂਗੇ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਤੇ ਇਹ ਮੁਸਕਰਾਹਟ ਨੂੰ ਹੋਠਾਂ ਵਿੱਚ ਦਬਦੀ ਹੋਈ ਉਹ ਬੋਲੀ, ਖਿਮਾ ਕਰਨਾ ਪੰਡਤ ਜੀ, ਮੈਨੂੰ ਸਾਰਾ ਮਕਾਨ ਚਾਹੀਦਾ ਹੈ। ਸ਼ੁਕਲ ਜੀ ਦੇ ਚਿਹਰੇ ਉੱਤੇ ਜਿਹੜੇ ਘਬਰਾਹਟ ਤੇ ਡਰ ਦੇ ਭਾਵ ਝਲਕ ਰਹੇ ਸਨ, ਪੁੰਨਿਆ ਦੀ ਗੱਲ ਸੁਣ ਕੇ ਕਾਫੀ ਹੱਦ ਤੱਕ ਸਾਫ਼ ਹੋ ਗਏ। ਉਹ ਤਸੱਲੀ ਭਰਪੂਰ ਰੌਂ ਵਿੱਚ ਬੋਲੇ, ਸਾਰਾ ਲੈ ਲਓ ਤਾਂ ਵੀ ਕੋਈ ਉਜਰ ਨਹੀਂ। ਜੇ ਚਾਹੋ ਤਾਂ ਸਾਨੂੰ ਦੋਹਾਂ ਪਤੀ ਪਤਨੀ ਨੂੰ ਇੱਕ ਅੱਧ ਛੋਟਾ ਜਿਹਾ ਕਮਰਾ ਦੇ ਛੱਡਣਾ, ਨਹੀਂ ਤਾਂ ਤੁਹਾਡੀ ਮਰਜ਼ੀ। ਮੈਂ ਐਡੀ ਲੋਭਨ ਨਹੀਂ ਹਾਂ ਪੰਡਤ ਜੀ, ਫਿਕਰ ਨਾ ਕਰੋ। ਤੁਹਾਨੂੰ ਮਕਾਨ ਵਿੱਚੋਂ ਕੱਢਣ ਦਾ ਮੇਰਾ ਕੋਈ ਇਰਾਦਾ ਨਹੀਂ। ਬਾਕੀ ਰਿਹਾ ਪ੍ਰੈਸ ਦਾ ਮਾਮਲਾ, ਉਸਦਾ ਕੀ ਬਣੇਗਾ? ਪ੍ਰੈਸ ਬਾਬਤ ਮੈਂ ਤੁਹਾਡੇ ਪਾਸ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਇਸ ਬੁੱਢੇ ਬ੍ਰਾਹਮਣ ਉੱਤੇ ਤਰਸ ਖਾ ਕੇ ਮੇਰੇ ਕੋਲ ਹੀ ਟਿਕਿਆ ਰਹਿਣ ਦਿਓ ਤਾਂ ਹਮੇਸ਼ਾ ਤੁਹਾਡੇ ਗੁਣ ਗਾਵਾਂਗਾ। ਤੁਸੀਂ ਜਾਣਦੇ ਹੋ ਸਖਤ ਮੰਦੇ ਤੇ ਬੇਰੁਜ਼ਗਾਰੀ ਦਾ ਸਮਾਂ ਹੈ। ਪ੍ਰੈਸ ਦੇ ਕੰਮ ਵਿੱਚ ਅੱਜ ਕੱਲ ਪਿਆ ਹੀ ਕੀ ਹੈ? ਦੋਹਾਂ ਵੇਲਿਆਂ ਦੀ ਰੋਟੀ ਨਿਕਲ ਆਵੇ ਤਾਂ ਇਹੋ ਗਨੀਮਤ ਹੈ। ਆਮ ਤੌਰ ਤੇ ਹਰ ਮਹੀਨੇ 150 ਰੁਪਏ ਦਾ ਘਾਟਾ ਹੀ ਰਹਿੰਦਾ ਹੈ। ਇਹੋ ਵਜ੍ਹਾ ਹੈ ਕਿ ਸਿਰ ਤੇ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਏ। ਤੁਹਾਡੇ ਪਾਸੋਂ ਕਾਹਦਾ ਪੜਦਾ ਏ ਬੀਬੀ ਜੀ? ਇਸ ਵੇਲੇ ਮੈਂ ਕੋਈ 5000 ਦਾ ਕਰਜ਼ਾਈ ਹਾਂ।
ਹਜੇ ਪਿਛਲੇ ਮਹੀਨੇ ਹੀ ਘਰਵਾਲੀ ਦਾ ਕੁਝ ਛਾਪ ਛੱਲਾ ਵੇਚ ਕੇ ਮਸਾਂ 6-7 ਮਹੀਨਿਆਂ ਦਾ ਸੂਦ ਉਤਾਰ ਸਕਿਆ ਸਾਂ। ਤਾਂ ਦਫਾ ਕਰੋ ਇਹੋ ਜਿਹੀ ਘਾਟੇਬੰਦੀ ਚੀਜ਼ ਨੂੰ। ਫਿਰ ਕਾਦੇ ਲਈ ਤੁਸੀਂ ਇਸ ਬਲਾ ਨੂੰ ਗਲ 'ਚ ਬੇੜੀ ਫਿਰਦੇ ਹੋ? ਪਰ ਬੀਬੀ ਜੀ, ਮੁਸ਼ਕਿਲ ਤਾਂ ਇਹ ਹੈ ਕਿ ਅਖਬਾਰ ਛਾਪਣ ਦਾ ਹੋਰ ਕੋਈ ਵਸੀਲਾ ਨਹੀਂ। ਅਖਬਾਰ ਪਹਿਲਾਂ ਵੀ ਤਾਂ ਦੂਸਰੇ ਪ੍ਰੈਸ ਵਿੱਚ ਛਪਵਾਉਂਦੇ ਹੋਵੋਗੇ। ਬੇਸ਼ੱਕ ਛਪਵਾਉਂਦਾ ਰਿਹਾ ਸਾਂ, ਪਰ ਹੁਣ ਤਾਂ ਕੋਈ ਵੀ ਪ੍ਰੈਸ ਮੇਰਾ ਅਖਬਾਰ ਛਾਪ ਕੇ ਖਤਰਾ ਮੁੱਲ ਲੈਣਾ ਨਹੀਂ ਚਾਹੁੰਦਾ। ਖਤਰਾ? ਕਿਸ ਗੱਲ ਦਾ ਖਤਰਾ? ਗੱਲ ਅਸਲ ਵਿੱਚ ਇਹ ਹੈ ਬੀਬੀ ਜੀ ਕਿ ਹੋਰ ਅਖਬਾਰਾਂ ਵਾਂਗ ਮੈਂ ਦੋ ਤਰਫੀ ਪਾਲਿਸੀ ਤੇ ਨਹੀਂ ਚੱਲ ਸਕਦਾ। ਹਕੂਮਤ ਉੱਤੇ ਸਖਤ ਤੋਂ ਸਖਤ ਨੁਕਤਾਚੀਨੀ ਕਰਨੀ ਹੋਈ ਤੁਸੀਂ ਪ੍ਰੈਸ ਐਕਟ ਦੀਆਂ ਦਫਾਵਾਂ ਨੂੰ ਨਹੀਂ ਜਾਣਦੇ। ਹਕੂਮਤ ਬਾਜੇ ਵੇਲੇ ਐਵੇਂ ਜਰਾ ਜਿੰਨੀ ਗੱਲ ਬਦਲੇ ਜ਼ਮਾਨਤ ਮੰਗ ਲੈਂਦੀ ਜਾਂ ਜ਼ਮਾਨਤ ਜ਼ਬਤੀ ਦਾ ਹੁਕਮ ਚਾੜ ਦਿੰਦੀ ਏ। ਫਿਰ ਤੁਸੀਂ ਸੋਚੋ ਕਿ ਕਿਹੜਾ ਪ੍ਰੈਸ ਕਿਸੇ ਅਖਬਾਰ ਲਈ ਭਾਵੇਂ ਕਿੰਨਾ ਹੀ ਦੇਸ਼ ਭਗਤ ਅਖਬਾਰ ਹੋਵੇ ਖਤਰਾ ਮੁੱਲ ਲੈ ਸਕਦਾ ਹੈ। ਪੰਡਤ ਜੀ ਦੀ ਦੇਸ਼ ਭਗਤ ਅਖਬਾਰ ਵਾਲੀ ਗੱਲ ਸੁਣ ਕੇ ਇੱਕ ਵਾਰੀ ਫਿਰ ਪੁੰਨਿਆ ਨੂੰ ਹਾਸਾ ਆ ਗਿਆ। ਉਹ ਬੋਲੀ, ਫਿਰ ਤਾਂ ਮੇਰਾ ਖਿਆਲ ਹੈ ਤੁਹਾਨੂੰ ਜਲਦੀ ਤੋਂ ਜਲਦੀ ਇਹ ਜ਼ਹਿਮਤ ਤੋਂ ਗਲਾ ਛੁਡਾਉਣਾ ਚਾਹੀਦਾ ਹੈ। ਜੇ ਫਰਜ਼ ਕਰੋ ਹਕੂਮਤ ਨੇ ਤੁਹਾਡੇ ਪ੍ਰੈਸ ਦੀ ਤੁਹਾਡੇ ਆਪਣੇ ਪਾਸੋਂ ਵੀ ਜ਼ਮਾਨਤ ਮੰਗ ਲਈ ਤਾਂ ਕੀ ਕਰੋਗੇ, ਜਦਕਿ ਅੱਗੇ ਹੀ ਤੁਸੀਂ ਕਰਜ਼ੇ ਹੇਠ ਦੱਬੇ ਪਏ ਹੋ? ਤੁਹਾਡਾ ਕਹਿਣਾ ਯਥਾਰਥ ਹੈ ਬੀਬੀ ਜੀ, ਪਰ ਤੁਸੀਂ ਜਾਣਦੇ ਹੋ ਆਪਣੀ ਦਾ 100 ਸੁੱਖ ਹੁੰਦਾ ਹੈ। ਮੁਆਫ ਕਰਨਾ ਪੰਡਤ ਜੀ, ਮੈਂ ਸੁਣਿਆ ਹੈ ਬੈਂਕ ਵਿੱਚ ਤੁਹਾਡਾ ਕਾਫੀ ਰੁਪਈਆ ਜਮ੍ਹਾਂ ਹੈ। ਰਾਮ ਰਾਮ ਦਾ ਭਜਨ ਕਰੋ ਜੀ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮੈਂ ਅਰਜ਼ ਕਰ ਚੁੱਕਾ ਹਾਂ ਕਿ 2 ਵੇਲਿਆਂ ਦੀ ਰੋਟੀ ਮਿਲ ਜਾਏ ਤਾਂ ਵੀ ਸ਼ੁਕਰ ਕਰਾਂ। ਪਰ ਤੁਹਾਡੀ ਪਾਸਬੁੱਕ ਤਾਂ ਕੁਝ ਹੋਰ ਦੱਸਦੀ ਸੀ। ਸੁਣ ਕੇ ਸ਼ੁਕਲ ਜੀ ਉੱਤੇ 7 ਘੜੇ ਪਾਣੀ ਪੈ ਗਿਆ। ਜੀ ਨਹੀਂ, ਆਪਣੀ ਵੱਧਦੀ ਪਰੇਸ਼ਾਨੀ ਤੇ ਘਬਰਾਹਟ ਨੂੰ ਪੁੰਨਿਆ ਪਾਸੋਂ ਲੁਕਾਉਂਦੇ ਹੋਏ ਬੋਲੇ, ਐਵੇਂ ਕਿਸੇ ਨੇ ਤੁਹਾਨੂੰ ਗਲਤ ਦੱਸ ਪਾਈ ਹੋਵੇਗੀ। ਗਲਤ ਨਹੀਂ ਪੰਡਤ ਜੀ, ਮੈਂ ਇੱਕ ਭਰੋਸੇਯੋਗ ਆਦਮੀ ਪਾਸੋਂ ਸੁਣ ਚੁੱਕੀ ਹਾਂ। ਕਿਸ ਪਾਸੋਂ? ਤੁਹਾਡੇ ਮਤਬੰਨੇ ਪਾਸੋਂ, ਜਿਸ ਦੇ ਨਾਂ ਆਪਣੀ ਜਾਇਦਾਦ ਵਸੀਅਤ ਕਰਨ ਦਾ ਤੁਸੀਂ ਫੈਸਲੇ ਕਰ ਚੁੱਕੇ ਹੋ ਤੇ ਇੱਕ ਅਸਲੀ ਜਾਂ ਨਕਲੀ ਵਸੀਅਤਨਾਮੇ ਹੇਠ ਉਸਦੇ ਦਸਤਖਤ ਵੀ ਕਰਵਾ ਚੁੱਕੇ ਹੋ। ਪੰਡਤ ਜੀ ਨੂੰ ਤਰੇਲੀਆਂ ਛੁੱਟ ਪਈਆਂ। ਉਹਨਾਂ ਦਾ ਤਾਲੂ ਠੀਕਰੀ ਵਾਂਗ ਖੁਸ਼ਕ ਹੋ ਗਿਆ, ਜਿਸ ਨੂੰ 2-3 ਵਾਰੀ ਉਹਨਾਂ ਨੇ ਖੰਗੂਰਿਆਂ ਨਾਲ ਤਰ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਉਹਨਾਂ ਦਾ ਗਲਾ ਸਾਫ਼ ਨਾ ਹੋ ਸਕਿਆ। ਕੈਦ ਦੀ ਟੁੱਟੀ ਹੋਈ ਥਾਲੀ ਨੂੰ ਠੋਕਰ ਮਾਰਿਆਂ ਜਿਸ ਤਰ੍ਹਾਂ ਦੀ ਆਵਾਜ਼ ਪੈਦਾ ਹੁੰਦੀ ਹੈ, ਉਸ ਨਾਲ ਮਿਲਦੀ ਜੁਲਦੀ ਆਵਾਜ਼ ਵਿੱਚ ਬੋਲੇ, ਮੇਰਾ ਖਿਆਲ ਬੀਬੀ ਜੀ, ਇਹ ਘੋਖਾਂ ਪੁੱਟਣ ਦਾ ਕੋਈ ਫਾਇਦਾ ਨਹੀਂ। ਤੁਸੀਂ ਜੋ ਹੁਕਮ ਕਰੋ, ਮੈਂ ਤੁਹਾਡੀ ਆਗਿਆ ਦਾ ਪਾਲਣ ਕਰਨ ਲਈ ਤਿਆਰ ਹਾਂ। ਪੁੰਨਿਆ ਦੇ ਬੁੱਲਾਂ ਵਿੱਚੋਂ ਐਤਕੀ ਸ਼ਰਾਰਤੀ ਜਿਹਾ ਹਾਸਾ ਫੁੱਟ ਰਿਹਾ ਸੀ। ਉਹ ਬੋਲੀ, ਤਾਂ ਬਸ ਮੇਰਾ ਹਿੱਸਾ ਮੇਰੇ ਹਵਾਲੇ ਕਰ ਦਿਓ, ਗੱਲ ਸਾਫ਼ ਹੈ। ਪੰਡਤ ਹੋਰਾਂ ਦੀ ਜਾਨ ਵਿੱਚ ਜਾਨ ਆਈ। ਉਹਨਾਂ ਨੇ ਆਪਣਾ ਸੱਜਾ ਹੱਥ, ਜਿਹੜਾ ਥੋੜਾ ਥੋੜਾ ਕੰਬ ਰਿਹਾ ਸੀ, ਆਪਣੀ ਜਵਾਹਰ ਜੈਕਟ ਦੇ ਡੂੰਘੇ ਖਿੱਸੇ ਵਿੱਚ ਪਾਇਆ ਤੇ ਉਸ ਵਿੱਚੋਂ ਇੱਕ ਲਿਫਾਫਾ ਕੱਢ ਕੇ ਪੁੰਨਿਆ ਦੇ ਹੱਥ ਵਿੱਚ ਦਿੰਦੇ ਹੋਏ ਬੋਲੇ, ਐ ਲਓ। ਲਿਫਾਫਾ ਪੁੰਨਿਆ ਨੇ ਫੜ ਲਿਆ। ਉਸ ਵਿੱਚ ਜੋ ਕੁਝ ਸੀ ਉਸਨੇ ਬਾਹਰ ਕੱਢਿਆ। 100 ਦੇ 10 ਨੋਟ, ਕੁੱਲ 1000। ਕਹਿੰਦਿਆਂ ਪੁੰਨਿਆ ਨੇ ਨੋਟ ਮੁੜ ਲਿਫਾਫੇ ਵਿੱਚ ਪਾਏ ਤੇ ਲਿਫਾਫਾ ਉਸਦੇ ਗੋਡੇ ਤੇ ਰੱਖ ਦਿੱਤਾ। ਹਾਲੇ ਇੰਨਾ ਹੀ ਸਵੀਕਾਰ ਕਰੋ। ਪੰਡਤ ਜੀ ਆਪਣੇ ਵਿਰਲੇ ਦੰਦਾਂ ਦਾ ਥੋੜਾ ਜਿੰਨਾ ਵਖਾਲਾ ਕਰਦੇ ਹੋਏ ਬੋਲੇ, ਹੋਰ ਜੋ ਕੁਝ ਕਹੋਗੇ ਹਾਜ਼ਰ ਕਰ ਦਿਆਂਗਾ। 45,000 ਦਾ ਅੱਧ ਕੀ ਹੁੰਦਾ ਹੈ ਪੰਡਤ ਜੀ? ਪੁੰਨਿਆ ਨੇ ਉਸੇ ਤਰ੍ਹਾਂ ਸ਼ਰਾਰਤੀ ਹਾਸਾ ਹੱਸਦਿਆਂ ਪੁੱਛਿਆ। 45,000 ਕਿਹੜੇ? ਸ਼ੁਕਲ ਜੀ ਨੇ ਭੌਚਕ ਕੇ ਸਵਾਲ ਕੀਤਾ। ਪੁੰਨਿਆ ਬੋਲੀ, ਤੁਹਾਡੇ ਹੀ ਹੱਥਾਂ ਦਾ ਲਿਖਿਆ ਹੋਇਆ ਏ। ਤੇ ਉਸਨੇ ਕੁਰਸੀ ਤੋਂ ਉੱਠ ਕੇ ਮੈਂਟਲ ਪੀਸ ਤੋਂ ਆਪਣਾ ਪਰਸ ਚੁੱਕ ਲਿਆਂਦਾ। ਰਹਿਣ ਦਿਓ। ਹੱਥ ਨਾਲ ਉਸਨੂੰ ਪਰਸ ਖੋਲਣੋਂ ਮਣੇ ਕਰਦਿਆਂ ਸ਼ੁਕਲ ਜੀ ਨੇ ਪੁਕਾਰਿਆ। ਫਿਰ ਉਹਨਾਂ ਜੈਕਟ ਦੀ ਦੂਜੀ ਜੇਬ ਵਿੱਚ ਹੱਥ ਪਾਇਆ। ਐ ਲਓ, ਹੁਣ ਤਾਂ ਰਾਜੀ ਹੋਣਾ। 5 ਨੋਟ ਹੋਰ ਕੱਢ ਕੇ ਉਹਨਾਂ ਲਿਫਾਫੇ ਦੇ ਮੂੰਹ ਵਿੱਚ ਤੁੰਨ ਦਿੱਤੇ। ਪੁੰਨਿਆ ਸਖਤ ਵਿਰੋਧੀ ਢੰਗ ਵਿੱਚ ਬੋਲੀ। ਅੱਛਾ ਲਓ ਭਲਾ। ਤੇ 5 ਹੋਰ ਉਹਨਾਂ ਨੇ ਲਿਫਾਫੇ ਦੇ ਆਫਰੇ ਹੋਏ ਪੇਟ ਵਿੱਚ ਪਾ ਦਿੱਤੇ। ਇਹ ਨਹੀਂ ਹੋ ਸਕਦਾ ਪੰਡਤ ਜੀ, ਕਿਸੇ ਹਾਲਤ ਵਿੱਚ ਵੀ ਨਹੀਂ। ਅੱਛਾ ਲਓ, ਹੁਣ ਨਾ ਬੋਲਣਾ। ਐਤਕੀ ਇੱਕ 5 ਹੋਰ ਲਿਫਾਫੇ ਵਿੱਚ ਘੁਸੜ ਗਿਆ, ਜਿਸ ਵਿੱਚ ਮਸੇ ਇੰਨਾ ਹੀ ਥਾਂ ਸੀ। ਲਿਫਾਫਾ ਫਿਰ ਉਹਨਾਂ ਪੁੰਨਿਆ ਦੇ ਹੱਥ ਫੜਾ ਦਿੱਤਾ। ਐਤਕੀ ਪੁੰਨਿਆ ਇਤਨੀ ਜ਼ੋਰ ਦੀ ਕਹਿਕਾ ਮਾਰ ਕੇ ਹੱਸੀ ਕਿ ਕਮਰਾ ਗੂੰਜ ਉੱਠਿਆ। ਜਦ ਹਾਸਾ ਕੁਝ ਥੰਮਿਆ ਤਾਂ ਨਫ਼ਰਤ ਭਰੀ ਨਜ਼ਰ ਨਾਲ ਪੰਡਤ ਹੋਰਾਂ ਵੱਲ ਤੱਕਦੀ ਹੋਈ ਬੋਲੀ, ਮੁਆਫ ਕਰਨਾ ਪੰਡਤ ਜੀ, ਤੁਸਾਂ ਹਰ ਇੱਕ ਨੂੰ ਆਪਣੇ ਵਰਗਾ ਸਮਝਿਆ ਹੋਇਆ ਏ। ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੀ ਸੀ। ਤੁਹਾਡੇ ਇਹਨਾਂ ਨੋਟਾਂ ਉੱਤੇ ਥੁੱਕਦੀ ਵੀ ਨਹੀਂ। ਭਾਵੇਂ ਤੁਸੀਂ ਆਪਣੀ ਪਾਸਬੁੱਕ ਵਾਲੇ 40 ਦੇ 40,000 ਲਿਆ ਕੇ ਮੇਰੇ ਅੱਗੇ ਢੇਰੀ ਕਰ ਦਿਓ। ਮੇਰੀਆਂ ਨਜ਼ਰਾਂ ਵਿੱਚ ਤੁਹਾਡੇ ਨੋਟਾਂ ਦੀ ਕੀਮਤ ਰੱਦੀ ਕਾਗਜ਼ ਦੇ ਟੁਕੜਿਆਂ ਜਿੰਨੀ ਵੀ ਨਹੀਂ। ਗੱਲ ਕੰਨ ਖੋਲ ਕੇ ਸੁਣ ਲਵੋ। ਮੈਂ ਤੁਹਾਨੂੰ ਸਿਰਫ ਇੱਕੋ ਸ਼ਰਤ ਤੇ ਮੁਆਫ ਕਰ ਸਕਦੀ ਹਾਂ ਕਿ ਤੁਸੀਂ ਸ਼ਰੀਫ ਆਦਮੀਆਂ ਵਾਂਗ ਆਪਣੀ ਗਲਤੀ ਦਾ ਇਕਬਾਲ ਕਰਦੇ ਹੋਏ ਅੱਗੇ ਲਈ ਕੰਨਾਂ ਨੂੰ ਹੱਥ ਲਾਓ ਕਿ ਮੁੜ ਇਹੋ ਜਿਹੀ
ਸ਼ਰਮਨਾਕ ਕਰਤੂਤ ਨਹੀਂ ਕਰੋਗੇ। ਕਹਿੰਦਿਆਂ ਕਹਿੰਦਿਆਂ ਪੁੰਨਿਆ ਨੇ ਉਹ ਫੁੱਲਿਆ ਹੋਇਆ ਲਿਫਾਫਾ ਇਸ ਤਰ੍ਹਾਂ ਸ਼ੁਕਲ ਜੀ ਵੱਲ ਸੁੱਟਿਆ ਜਿਵੇਂ ਕੁੱਤੇ ਨੂੰ ਰੋਟੀ ਦਾ ਟੁਕੜਾ ਸੁੱਟੀਦਾ ਏ। ਲਿਫਾਫਾ ਚੁੱਕ ਕੇ ਸ਼ੁਕਲ ਜੀ ਝਟਕੂ ਚੁੱਪਚਾਪ ਸਿਰ ਸੁੱਟੀ ਬੈਠੇ ਰਹੇ। ਫਿਰ ਬੋਲੇ, ਪੁੰਨਿਆ ਦੇਵੀ, ਮੈਨੂੰ ਤੁਹਾਡੀ ਹਰ ਇੱਕ ਸ਼ਰਤ ਮਨਜ਼ੂਰ ਹੈ। ਮੈਂ ਇੱਕ ਵਾਰੀ ਛੱਡ ਕੇ 100 ਵਾਰੀ ਤੌਬਾ ਕੀਤੀ ਤੇ ਅੱਗੇ ਲਈ। ਗੱਲ ਟੋਕ ਕੇ ਪੁੰਨਿਆ ਬੋਲੀ, 100 ਵਾਰੀ ਛੱਡ ਕੇ ਭਾਵੇਂ 100,000 ਵਾਰੀ ਕਰੋ, ਮੈਂ ਇਹੋ ਜਿਹੇ ਜ਼ਬਾਨੀ ਜਮ੍ਹਾਂ ਖਰਚ ਦਾ ਇਤਬਾਰ ਨਹੀਂ ਕਰ ਸਕਦੀ। ਮੈਂ ਜਾਣਦੀ ਹਾਂ ਕਿ ਆਦਮੀ ਦੀਆਂ ਵਾਦੜੀਆਂ ਸਜਾਦੜੀਆਂ ਇਦਾਂ ਨਹੀਂ ਬਦਲਦੀਆਂ ਜਦ ਤੱਕ ਪ੍ਰਾਸ਼ਚਿਤ ਨਾ ਕੀਤਾ ਜਾਵੇ। ਪ੍ਰਾਸ਼ਚਿਤ? ਜੀ, ਮੈਂ ਤਿਆਰ ਹਾਂ, ਦੱਸੋ ਕੀਕਨ ਕਰਾਂ। ਬਿਨ ਰੁਕਿਆ, ਜਿਵੇਂ ਪਹਿਲਾਂ ਤੋਂ ਹੀ ਪ੍ਰਾਸ਼ਚਿਤ ਦੀ ਸਮੱਗਰੀ ਤਿਆਰ ਕਰੀ ਬੈਠੀ ਸੀ। ਪੁੰਨਿਆ ਬੋਲੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਕੁਝ ਆਪਣੇ ਹੱਥਾਂ ਨਾਲ ਲਿਖ ਕੇ ਮੇਰੇ ਹਵਾਲੇ ਕਰਨਾ ਹੋਵੇਗਾ। ਜੋ ਕੁਝ ਤੇ ਜਿਵੇਂ ਜਿਵੇਂ ਤੁਸੀਂ ਇਸ ਮਾਮਲੇ ਦੇ ਵਿਚਾਲੇ ਕੀਤਾ ਹੈ, ਮੈਂ ਤੁਹਾਡੇ ਨਾਲ ਇਕਰਾਰ ਕਰਾਂਗੀ ਕਿ ਜਦ ਤੱਕ ਤੁਸੀਂ ਮੁੜ ਕੇ ਕੋਈ ਇਹੋ ਜਿਹੀ ਹਰਕਤ ਨਹੀਂ ਕਰੋਗੇ ਤਦ ਤੱਕ ਤੁਹਾਡਾ ਭੇਦ ਮੇਰੇ ਪਾਸ ਸੁਰੱਖਿਅਤ ਰਹੇਗਾ। ਬੋਲੋ, ਮਨਜ਼ੂਰ ਜੇ? ਮਨਜ਼ੂਰ ਹੈ। ਸ਼ੁਕਲ ਜੀ ਇੱਕ ਵਾਰੀ ਫਿਰ ਉੱਚੀ ਸਾਰੀ ਐਮ ਕਰਕੇ ਗਲਾ ਸਾਫ਼ ਕਰਦੇ ਹੋਏ ਬੋਲੇ, ਬਸ ਕੇ ਕੁਝ ਹੋਰ? ਥੋੜਾ ਜਿੰਨਾ ਹੋਰ ਵੀ, ਉਹ ਵੀ ਦੱਸ ਦਿਓ। ਨਵਲ ਕਿਸ਼ੋਰ ਨੂੰ ਤੁਸੀਂ ਮੁਤਬੰਨਾ ਬਣਾ ਚੁੱਕੇ ਹੋ, ਭਾਵੇਂ ਕਾਨੂੰਨੀ ਤੌਰ ਤੇ ਹਜੇ ਨਹੀਂ ਪਰ ਅਖਲਾਕੀ ਤੌਰ ਤੇ ਤੁਸੀਂ ਉਸ ਨੂੰ ਬਚਨ ਦੇ ਚੁੱਕੇ ਹੋ। ਕੀ ਇਹ ਗੱਲ ਸੱਚ ਹੈ? ਸੱਚ ਹੈ, ਸ਼ੁਕਲ ਜੀ ਨੇ ਮਰੀ ਹੋਈ ਆਵਾਜ਼ ਵਿੱਚ ਕਿਹਾ। ਤਾਂ ਕਿ ਤੁਸੀਂ ਇਸ ਨੂੰ ਅਮਲੀ ਸ਼ਕਲ ਦੇਣ ਨੂੰ ਤਿਆਰ ਹੋ? ਤਿਆਰ ਹਾਂ, ਪਰ ਇਸ ਦੀ ਮੈਂ ਹਜੇ ਕੋਈ ਬਹੁਤੀ ਜ਼ਰੂਰਤ ਨਹੀਂ ਸਮਝਦਾ। ਤੁਸੀਂ ਬੇਸ਼ੱਕ ਇਸ ਦੀ ਜ਼ਰੂਰਤ ਨਹੀਂ ਸਮਝਦੇ ਹੋਵੋਗੇ ਕਿਉਂਕਿ ਤੁਹਾਡੀ ਜ਼ਰੂਰਤ ਪੂਰੀ ਹੋ ਚੁੱਕੀ ਹੈ, ਪਰ ਮੈਂ ਇਸ ਗੱਲ ਨੂੰ ਇੰਨਾ ਜ਼ਰੂਰੀ ਸਮਝਦੀ ਹਾਂ ਕਿ ਇੱਥੋਂ ਉੱਠਣ ਤੋਂ ਪਹਿਲਾਂ ਇਹ ਕੰਮ ਤੁਹਾਨੂੰ ਕਰਨਾ ਪਵੇਗਾ। ਉਸ ਮੁੰਡੇ ਉੱਤੇ ਹਜੇ ਪੂਰੀ ਤਰ੍ਹਾਂ ਯਕੀਨ ਨਹੀਂ ਬੱਝਾ ਤਾਂ ਕੋਈ ਹਰਜ ਨਹੀਂ, ਫਿਰ ਤਾਂ ਹੋਰ ਵੀ ਮਾਮਲਾ ਸਾਫ਼ ਹੈ। ਕੀ ਮਤਲਬ? ਮਤਲਬ ਇਹੋ ਕਿ ਨਵਲ ਕਿਸ਼ੋਰ ਆਪਣੇ ਘਰ ਤੇ ਤੁਸੀਂ ਆਪਣੇ ਘਰ। ਬਸ ਮੈਂ ਵੀ ਬੀਬੀ ਜੀ ਇਹੋ ਚਾਹੁੰਦਾ ਹਾਂ ਕਿ ਥੋੜੇ ਦਿਨ ਹੋਰ ਜਰਾ ਮੁੰਡੇ ਦਾ ਸੁਭਾਅ ਵੇਖ ਪਰਖ ਲਿਆ ਜਾਵੇ। ਤੁਸੀਂ ਜਾਣਦੇ ਹੋ ਪੁੱਤਰ ਬਣਾਉਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਬੇਸ਼ੱਕ ਤੁਹਾਨੂੰ 10 ਦਿਨ, ਮਹੀਨਾ, 6 ਮਹੀਨੇ, ਜਿੰਨਾ ਚਿਰ ਚਾਹੋ ਇਸ ਗੱਲ ਉੱਤੇ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ, ਪਰ ਇਸ ਵਿੱਚ ਜਰਾ ਜਿੰਨੀ ਅੜਚਨ ਤੁਹਾਨੂੰ ਪੇਸ਼ ਆਵੇਗੀ। ਕਿ ਇੱਕ ਤਾਂ ਤੁਹਾਨੂੰ ਆਪਣੇ ਲਈ ਕਿਸੇ ਹੋਰ ਥਾਂ ਦਾ ਬੰਦੋਬਸਤ ਕਰਨਾ ਪਵੇਗਾ, ਦੂਸਰਾ ਆਪਣਾ ਅਖਬਾਰ ਕਿਸੇ ਹੋਰ ਦੂਸਰੇ ਪ੍ਰੈਸ ਵਿੱਚ ਛਾਪਣ ਦਾ ਇੰਤਜ਼ਾਮ ਕਰ ਲੈਣਾ। ਕਿਉਂ? ਕਿਉਂਕਿ ਨਵਲ ਕਿਸ਼ੋਰ ਸ਼ਾਇਦ ਆਪਣੇ ਘਰ ਵਿੱਚ ਤੁਹਾਨੂੰ ਰਹਿਣ ਨਾ ਦੇਣਾ ਚਾਹੇ। ਇਹ ਵੀ ਮੁਮਕਿਨ ਨਹੀਂ ਕਿ ਉਹ ਆਪਣੇ ਪ੍ਰੈਸ ਵਿੱਚ ਤੁਹਾਡਾ ਅਖਬਾਰ ਛਾਪਣਾ ਕਬੂਲ ਕਰੇ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਮੈਨੂੰ ਪ੍ਰੈਸ ਤੇ ਮਕਾਨ ਦੋਹਾਂ ਤੋਂ ਦਸਤਬਰਦਾਰ ਹੋਣਾ ਪਵੇਗਾ। ਸ਼੍ਰੀਮਾਨ ਜੀ, ਦਸਤਬਰਦਾਰ ਹੋਣ ਦਾ ਇਹਦੇ ਵਿੱਚ ਸਵਾਲ ਹੀ ਕੋਈ ਨਹੀਂ। ਤੁਸੀਂ ਮੀਟਿੰਗ ਵਿੱਚ ਇਸ ਗੱਲ ਦਾ ਇਕਬਾਲ ਕਰ ਚੁੱਕੇ ਹੋ ਕਿ ਤੁਸੀਂ ਨਾ ਕੋਈ ਮਕਾਨ ਅਲਾਟ ਕਰਵਾਇਆ, ਨਾ ਕੋਈ ਪ੍ਰੈਸ, ਤੇ ਇਹ ਹੈ ਵੀ ਸੱਚੀ। ਤਾਂ ਦੀ ਮੁਹਾਰਨੀ ਛੱਡੋ। ਜਿਹੜੀ ਚੀਜ਼ ਤੁਹਾਡੀ ਨਹੀਂ, ਜਿਸ ਨਾਲ ਤੁਹਾਡਾ ਦੂਰ ਦਾ ਵਾਸਤਾ ਨਹੀਂ, ਉਸ ਨੂੰ ਛੱਡਣ ਲੱਗਿਆ ਤੁਹਾਨੂੰ ਜਰਾ ਵੀ ਦੁੱਖ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇੱਕ ਹੋਰ ਵੀ ਸੁਣ ਲਵੋ ਕਿ ਇਸ ਵੇਲੇ ਪ੍ਰੈਸ ਤੇ ਮਕਾਨ ਤੁਹਾਡੇ ਕਬਜ਼ੇ ਵਿੱਚ ਨੇ। ਐਸਾ ਨਾ ਹੋਵੇ ਕਿ ਉਹਨਾਂ ਵਿੱਚੋਂ ਕੋਈ ਚੀਜ਼ ਠਾਂ ਉਤਾਂ ਹੋ ਜਾਵੇ। ਕਿਰਪਾ ਕਰਕੇ ਉਸ ਲਿਸਟ ਦੇ ਮੁਤਾਬਕ ਸਭ ਕੁਝ ਪੂਰਾ ਕਰਕੇ ਨਵਲ ਕਿਸ਼ੋਰ ਦੇ ਹਵਾਲੇ ਕਰਨਾ। ਕਿਹੜੀ ਲਿਸਟ? ਉਹੀ ਜਿਹੜੀ ਮੀਟਿੰਗ ਵਿੱਚ ਤੁਸੀਂ ਵੇਖੀ ਸੀ, ਤੁਹਾਡੇ ਆਪਣੇ ਹੱਥ ਦੀ ਲਿਖੀ ਹੋਈ, ਤੇ ਇਸ ਵੇਲੇ ਜਿਹੜੀ ਮੇਰੇ ਪਰਸ ਵਿੱਚ ਮੌਜੂਦ ਹੈ। ਪੁੰਨਿਆ ਨੇ ਅਨੁਭਵ ਕੀਤਾ ਜਿਵੇਂ ਸ਼ੁਕਲ ਜੀ ਦੀਆਂ ਅੱਖਾਂ ਵਿੱਚ ਤੇ ਚਿਹਰੇ ਉੱਤੇ ਕੁਝ ਬਦਨੀਤੀ ਜਾਂ ਕਿਸੇ ਸ਼ੈਤਾਨੀ ਕਿਰਿਆ ਦੇ ਭਾਵ ਪੈਦਾ ਹੋ ਰਹੇ ਨੇ। ਉਸ ਨੂੰ ਆਪਣੀ ਪਰਿਸਥਿਤੀ ਦਾ ਗਿਆਨ ਹੋਇਆ ਜਦਕਿ ਉਹ ਇਸ ਵੇਲੇ ਐਡੇ ਵੱਡੇ ਮਕਾਨ ਵਿੱਚ ਕੱਲ-ਮਕੱਲੀ ਸੀ। ਉਹ ਸੋਚਣ ਲੱਗੀ, ਜੇ ਇਹ ਜਾਹਲਸਾਜ਼ ਆਦਮੀ ਮੇਰੇ ਅਬਲਾਪਨੇ ਤੋਂ ਲਾਭ ਉਠਾ ਕੇ ਮੇਰਾ ਗਲ ਘੁੱਟ ਸੁੱਟੇ ਜਾਂ ਕੋਈ ਹੋਰ ਕਾਰਾ ਗੁਜ਼ਰੇ ਤਾਂ ਮੈਂ ਕੀ ਕਰ ਸਕਦੀ ਹਾਂ। ਖਿਮਾ ਕਰਨਾ ਉੱਠ ਕੇ ਬਾਹਰ ਜਾਂਦੀ ਹੋਈ ਬੋਲੀ, ਮੈਂ ਜਰਾ ਪਾਣੀ ਪੀਆਵਾਂ, ਤੇ ਜਾਂਦੀ ਹੋਈ ਉਹ ਆਪਣਾ ਪਰਸ ਵੀ ਨਾਲ ਲੈਂਦੀ ਗਈ ਜਿਹੜਾ ਹੁਣ ਤੱਕ ਉਸਨੇ ਸਹਿਜ ਸੁਭਾਅ ਹੱਥ ਵਿੱਚ ਫੜਿਆ ਹੋਇਆ ਸੀ। ਜਦ 5 ਕੁ ਮਿੰਟਾਂ ਬਾਅਦ ਉਹ ਵਾਪਸ ਕਮਰੇ ਵਿੱਚ ਆਈ ਤਾਂ ਪਰਮਾ ਉਸਦੇ ਨਾਲ ਸੀ, ਜਿਹੜਾ ਆਪਣੀ ਮੋਟੀ ਬੇਸੁਰੀ ਸੋਟੀ ਨੂੰ ਫਰਸ਼ ਤੇ ਠਕੋਰਦਾ ਹੋਇਆ ਪੁੰਨਿਆ ਦਾ ਮੋਢਾ ਫੜੀ ਅੰਦਰ ਆ ਰਿਹਾ ਸੀ। ਹਾਂ ਦੱਸੋ। ਪਰਮੇ ਨੂੰ ਮੰਜੇ ਤੇ ਬਿਠਾਲ ਕੇ ਆਪ ਕੁਰਸੀ ਤੇ ਬਹਿੰਦੀ ਹੋਈ ਉਹ ਸ਼ੁਕਲ ਜੀ ਨੂੰ ਪੁੱਛਣ ਲੱਗੀ, ਕੀ ਸੋਚਿਆ ਤੁਸਾਂ? ਪੁੰਨਿਆ ਨੂੰ ਹੈਰਾਨੀ ਹੋਈ ਜਦ ਉਸਨੇ ਇਹਨਾਂ 5 ਮਿੰਟਾਂ ਦੇ ਸੰਖੇਪ ਜਿਹੇ ਸਮੇਂ ਵਿੱਚ ਹੀ ਸ਼ੁਕਲ ਜੀ ਨੂੰ ਬਿਲਕੁਲ ਬਦਲੇ ਹੋਏ ਵੇਖਿਆ। ਉਹ ਪਹਿਲਾਂ ਵਰਗੀ ਨਰਮਾਈ ਤੋਂ ਵਿਰੁੱਧ ਇੱਕ ਕਿਸਮ ਦੀ ਕਰੜਾਈ ਵਿੱਚ ਬੋਲੇ, ਖਿਮਾ ਕਰਨਾ ਪੁੰਨਿਆ ਦੇਵੀ, ਮੈਨੂੰ ਤੁਹਾਡੀਆਂ ਸ਼ਰਤਾਂ ਵਿੱਚੋਂ ਕੋਈ ਵੀ ਮਨਜ਼ੂਰ ਨਹੀਂ, ਕਿਉਂਕਿ ਇਸ ਵੇਲੇ ਤੁਸੀਂ ਮੇਰੇ ਨਾਲ ਮਿੱਤਰਾਂ ਵਾਲਾ ਨਹੀਂ ਦੁਸ਼ਮਣਾਂ ਵਾਲਾ ਵਰਤਾਓ ਕਰ ਰਹੀ ਹੋ। ਪਰ ਸ਼ਾਇਦ ਇਹ ਸੌਦਾ ਤੁਹਾਨੂੰ ਮਹਿੰਗਾ ਪਵੇ। ਪੁੰਨਿਆ ਵੀ ਰੋਹ ਵਿੱਚ ਬੋਲੀ,
ਕੋਈ ਗੱਲ ਨਹੀਂ, ਸ਼ੁਕਲ ਜੀ ਉਸੇ ਕਰੜਾਈ ਵਿੱਚ ਬੋਲੇ। ਜੇ ਮੈਨੂੰ ਮਹਿੰਗਾ ਪਵੇਗਾ ਤਾਂ ਤੁਹਾਨੂੰ ਵੀ ਸ਼ਾਇਦ ਸਸਤਾ ਨਾ ਪਵੇ, ਇਸ ਗੱਲ ਨੂੰ ਸਮਝ ਛੱਡਣਾ। ਮੇਰਾ ਖਿਆਲ ਹੈ ਤੁਸੀਂ ਧਮਕੀਆਂ ਤੇ ਉਤਰ ਆਏ ਹੋ। ਧਮਕੀਆਂ ਨਹੀਂ ਬੀਬੀ ਜੀ, ਧਮਕੀਆਂ ਦਾ ਜਵਾਬ ਦੇਣ ਤੇ ਅਲਬੱਤਾ। ਭਲਾ ਦੱਸੋ ਤਾਂ ਸਹੀ, ਮੈਨੂੰ ਕੀਕਨ ਮਹਿੰਗਾ ਪਵੇਗਾ ਸੌਦਾ? ਤੁਹਾਨੂੰ ਇਸ ਤਰ੍ਹਾਂ ਮਹਿੰਗਾ ਪਵੇਗਾ ਕਿ ਜੇ ਮੈਂ ਕਿਸੇ ਕਾਨੂੰਨੀ ਕੁੜੱਕੀ ਵਿੱਚ ਫਸਿਆ ਤਾਂ ਮੇਰੇ ਨਾਲ ਡਾਕਟਰ ਆਨੰਦ ਸਾਹਿਬ ਵੀ ਅਵਸ਼ ਫਸਣਗੇ। ਕਿਉਂ? ਉਹਨਾਂ ਦਾ ਕੀ ਵਾਸਤਾ ਇਸ ਮਾਮਲੇ ਨਾਲ? ਵਾਸਤਾ ਬੜਾ ਭਾਰੀ ਹੈ ਤੇ ਹੈ ਵੀ ਬੜਾ ਗੁਪਤ। ਪਰ ਹੁਣ ਜਦ ਤੁਸੀਂ ਸਭ ਕੁਝ ਉਧੇੜਨ ਪੁਧੇੜਨ ਨੂੰ ਤਿਆਰ ਹੋ ਬੈਠੀ ਹੋ ਤਾਂ ਮੈਂ ਵੀ ਕਿਉਂ ਇਸ ਭੇਤ ਨੂੰ ਲੁਕਾ ਕੇ ਰੱਖਾਂ? ਇਹ ਜਿਹੜਾ ਅਲਾਟਮੈਂਟ ਦਾ ਮਾਮਲਾ ਤੁਸੀਂ ਚੁੱਕਿਆ ਹੈ, ਸੱਚ ਪੁੱਛੋ ਤਾਂ ਇਹ ਇੱਕ ਸੌਦੇ ਦਾ ਨਤੀਜਾ ਹੈ ਜਿਹੜਾ ਡਾਕਟਰ ਸਾਹਿਬ ਤੇ ਮੇਰੇ ਦਰਮਿਆਨ ਹੋਇਆ ਸੀ। ਕੀ? ਪੁੰਨਿਆ ਨੇ ਘਬਰਾ ਕੇ ਪੁੱਛਿਆ। ਜਰਾ ਖੋਲ ਕੇ ਦੱਸੋ। ਸੌਦਾ ਸਾਡਾ ਇਹ ਹੋਇਆ ਸੀ। ਸ਼ੁਕਲ ਜੀ ਦੀ ਆਵਾਜ਼ ਵਿੱਚ ਹੁਣ ਮੁਰਦਨੀ ਦੀ ਥਾਂ ਸ਼ੋਖੀ ਆ ਗਈ ਸੀ। ਡਾਕਟਰ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿ ਅਸੈਂਬਲੀ ਦੀ ਚੋਣ ਲਈ ਖੜੇ ਹੋਏ ਨੇ। ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ ਕਿ ਚੋਣ ਦੀ ਲੜਾਈ ਜਿਤਾਉਣ ਵਿੱਚ ਉਹਨਾਂ ਦੀ ਪੂਰੀ ਮਦਦ ਕਰਾਂਗਾ, ਜਿਸ ਦੇ ਬਦਲੇ ਉਹ ਮੈਨੂੰ ਮਕਾਨ ਤੇ ਪ੍ਰੈਸ ਅਲਾਟ ਕਰਾ ਦੇਣਗੇ। ਸੋ ਇਸੇ ਵਾਅਦੇ ਅਨੁਸਾਰ ਉਹਨਾਂ ਮੇਰਾ ਕੰਮ ਕਰ ਦਿੱਤਾ ਤੇ ਮੈਂ ਵੀ, ਤੁਹਾਨੂੰ ਪਤਾ ਹੈ, ਉਹਨਾਂ ਲਈ ਕਿੰਨਾ ਕੁਝ ਕਰ ਰਿਹਾ ਹਾਂ। ਇਹ ਸੀ ਸਾਡੇ ਦੋਹਾਂ ਦਾ ਸੌਦਾ। ਹੁਣ ਤੁਸੀਂ ਆਪ ਹੀ ਸੋਚ ਲਓ ਕਿ ਜਦ ਮੈਂ ਤੇ ਡਾਕਟਰ ਸਾਹਿਬ ਦੋਵੇਂ ਇੱਕੋ ਬੇੜੀ ਵਿੱਚ ਸਵਾਰ ਹਾਂ ਤਾਂ ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ ਕਿ ਮੈਂ ਡੁੱਬ ਜਾਵਾਂ ਤੇ ਉਹ ਤਰਦੇ ਰਹਿਣ। ਨਾਲ ਇੱਕ ਗੱਲ ਹੋਰ ਵੀ ਸੁਣ ਲਓ ਪੁੰਨਿਆ ਦੇਵੀ, ਤੁਸੀਂ ਡਾਕਟਰ ਆਨੰਦ ਨੂੰ ਦੁੱਧ ਦਾ ਧੋਤਾ ਹੋਇਆ ਸਮਝਦੇ ਹੋਵੋਗੇ ਤੇ ਮੈਂ ਵੀ ਪਹਿਲਾਂ ਇਹੋ ਸਮਝਦਾ ਸਾਂ, ਪਰ ਹੁਣ ਮੈਨੂੰ ਉਹਨਾਂ ਬਾਰੇ ਕੋਈ ਭੁਲੇਖਾ ਬਾਕੀ ਨਹੀਂ ਰਿਹਾ। ਉਹਨਾਂ ਦਾ ਐਮਾਲਨਾਮਾ ਕਿਤਾਬ ਵਾਂਗ ਮੇਰੇ ਸਾਹਮਣੇ ਖੁੱਲਿਆ ਪਿਆ ਹੈ। ਬੇਸ਼ੱਕ ਕਦੀ ਇੱਕ ਵਕਤ ਸੀ ਕਿ ਤੁਹਾਡੇ ਡਾਕਟਰ ਸਾਹਿਬ ਦੇਵਤਾ ਵੀ ਸਨ ਤੇ ਫਰਿਸ਼ਤਾ ਵੀ, ਪਰ ਅੱਜ ਉਹ ਨਾ ਦੇਵਤਾ ਨੇ ਨਾ ਫਰਿਸ਼ਤਾ। ਤੁਸੀਂ ਆਪ ਹੀ ਸੋਚੋ ਪੁੰਨਿਆ ਜੀ, ਭਲਾ ਧਰਮ ਦੀ ਕਮਾਈ ਨਾਲ ਕੋਈ ਦਿਨਾਂ ਵਿੱਚ ਹੀ ਲੱਖਾਂ ਰੁਪਏ ਕਮਾ ਸਕਦਾ ਹੈ? ਸੁਣ ਕੇ ਪੁੰਨਿਆ ਦੇ ਪੈਰਾਂ ਦੀਆਂ ਤਲੀਆਂ ਵਿੱਚੋਂ ਚੰਗਿਆੜੇ ਨਿਕਲਣ ਲੱਗ ਪਏ। ਆਪਣੀ ਜਿੱਤ ਤੇ ਸ਼ੁਕਲ ਜੀ ਦੀ ਹਾਰ ਦੇ ਕਾਰਨ ਜਿਹੜੀ ਸਫਲਤਾ ਦੀ ਚਮਕ ਉਸਦੇ ਚਿਹਰੇ ਅਤੇ ਅੱਖਾਂ ਵਿੱਚ ਲਿਸ਼ਕ ਰਹੀ ਸੀ, ਸ਼ੁਕਲ ਜੀ ਦਾ ਵਾਕ ਸਮਾਪਤ ਹੁੰਦਿਆਂ ਨਾ ਹੁੰਦਿਆਂ ਪਤਾ ਨਹੀਂ ਕਿੱਧਰ ਗਵਾਚ ਗਈ, ਜਿਸ ਦੇ ਥਾਂ ਹੁਣ ਉਸਦਾ ਚਿਹਰਾ ਗਿਲਾਨੀ ਤੇ ਨਮੋਸ਼ੀ ਦੀ ਕਿਤਾਬ ਬਣਿਆ ਹੋਇਆ ਸੀ। ਉਸ ਦਾ ਜੀ ਚਾਹਿਆ ਕਿ ਇਸ ਤੋਂ ਪਹਿਲਾਂ ਕਿ ਸ਼ੁਕਲ ਜੀ ਦੀ ਨਜ਼ਰ ਉਸਦੇ ਇਸ ਬਦਲੇ ਹੋਏ ਚਿਹਰੇ ਤੇ ਪਵੇ, ਉਹ ਹਵਾ ਬਣ ਕੇ ਕਮਰੇ ਦੇ ਪੁਲਾੜ ਵਿੱਚ ਘੁਲ ਜਾਵੇ। ਲੱਗਦੀ ਵਾਹ ਆਪਣੀ ਇਸ ਕਮਜ਼ੋਰੀ ਨੂੰ ਉਸਨੇ ਸ਼ੁਕਲ ਉੱਤੇ ਪ੍ਰਗਟ ਨਹੀਂ ਹੋਣ ਦਿੱਤਾ। ਉਹ ਉਸੇ ਤਲਖੀ ਵਿੱਚ ਬੋਲੀ, ਅਵਲ ਤਾਂ ਮੈਂ ਯਕੀਨ ਹੀ ਨਹੀਂ ਕਰ ਸਕਦੀ ਕਿ ਡਾਕਟਰ ਆਨੰਦ ਵਰਗਾ ਆਦਮੀ ਲੋਭ ਦਾ ਸ਼ਿਕਾਰ ਹੋ ਕੇ ਆਪਣੇ ਅਸੂਲ ਤੋਂ ਡਿੱਗਿਆ ਹੋਵੇਗਾ, ਪਰ ਜੇ ਤੁਹਾਡਾ ਕਹਿਣਾ ਸੱਚ ਵੀ ਹੋਵੇ ਤਾਂ ਵੀ ਮੈਂ ਉਹਨਾਂ ਨੂੰ ਵੀ ਮਾਫ ਨਹੀਂ ਕਰਾਂਗੀ। ਤਾਂ ਕਿ ਤੁਸੀਂ ਪਸੰਦ ਕਰੋਗੇ? ਸ਼ੁਕਲ ਜੀ ਹੋਰ ਤਨ ਕੇ ਬੋਲੇ ਕਿ ਡਾਕਟਰ ਸਾਹਿਬ ਕਿਸੇ ਜਾਹਲ ਸਾਜੀ ਦੇ ਮੁਕੱਦਮੇ ਵਿੱਚ ਗਰਦਾਨੇ ਜਾਣ। ਬੇਸ਼ੱਕ। ਪੁੰਨਿਆ ਉਦੋਂ ਵੀ ਵੱਧ ਤਮਕ ਕੇ ਬੋਲੀ, ਅਸੂਲ ਦੇ ਸਾਹਮਣੇ ਜਿਹਾ ਡਾਕਟਰ ਤੇ ਤੁਸੀਂ ਤੇ ਹੀ ਮੈਂ। ਮੁਆਫ ਕਰਨਾ ਦੇਵੀ ਜੀ, ਮੂੰਹ ਨਾਲ ਕਹਿਣਾ ਸੌਖਾ ਹੈ, ਪਰ ਮੇਰਾ ਯਕੀਨ ਹੈ ਕਿ ਡਾਕਟਰ ਸਾਹਿਬ ਦਾ ਕਿਸੇ ਮੁਸੀਬਤ ਵਿੱਚ ਪੈਣਾ ਤੁਸੀਂ ਕਦੀ ਵੀ ਬਰਦਾਸ਼ਤ ਨਹੀਂ ਕਰ ਸਕੋਗੇ। ਕਿਉਂ ਦਾ ਜਵਾਬ ਮੇਰੇ ਕੋਲੋਂ ਨਹੀਂ, ਆਪਣੇ ਕੋਲੋਂ ਪੁੱਛੋ। ਮੈਂ ਨਹੀਂ ਸਮਝੀ ਤਾਂ ਲਓ ਮੈਂ ਸਮਝਾ ਦਿਆਂ। ਇਸ ਗੱਲ ਨੂੰ ਡਾਕਟਰ ਸਾਹਿਬ ਵੀ ਜਾਣਦੇ ਨੇ ਤੇ ਤੁਸੀਂ ਵੀ, ਮੈਂ ਵੀ ਤੇ ਇਸ ਸ਼ਹਿਰ ਦੇ ਹੋਰ ਬਥੇਰੇ ਆਦਮੀ ਵੀ। ਡਾਕਟਰ ਸਾਹਿਬ ਦਾ ਤੇ ਤੁਹਾਡਾ ਆਪੋ ਵਿੱਚ ਕੀ ਰਿਸ਼ਤਾ ਹੈ? ਖਿਮਾ ਕਰਨਾ ਬੀਬੀ ਜੀ, ਜੇ ਮਾਮਲਾ ਹੁਣ ਤੱਕ ਲੋਕ ਚਰਚਾ ਦਾ ਮਜਬੂਰ ਨਹੀਂ ਬਣ ਗਿਆ ਤਾਂ ਇਸ ਦਾ ਮਤਲਬ ਹੈ ਡਾਕਟਰ ਸਾਹਿਬ ਦੀ ਹਰ ਦਿਲ ਅਜੀਜੀ ਤੇ ਜਾਂ ਸਾਡੇ ਵਰਗਿਆਂ ਦੀ ਉਦਾਰਤਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਲੋਕੀ ਇਸ ਭੇਦ ਤੋਂ ਵਾਕਿਫ ਨਾ ਹੋਣ। ਸੋ ਹਜੇ ਵੀ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ਨੂੰ ਨਾ ਛੇੜੋ, ਨਹੀਂ ਤਾਂ ਇਸ ਦਾ ਨਤੀਜਾ ਅਸਾਂ ਤਿੰਨਾਂ ਲਈ ਹੀ ਖਤਰਨਾਕ ਹੋ ਸਕਦਾ ਹੈ, ਸਭ ਤੋਂ ਵੱਧ ਸ਼ਾਇਦ ਤੁਹਾਡੇ ਲਈ। ਪੰਡਤ ਦੀਆਂ ਧਮਕੀਆਂ ਸੁਣ ਕੇ ਪੁੰਨਿਆ ਦਾ ਦਿਲ ਉਬਲ ਉੱਠਿਆ। ਸ਼ਾਇਦ ਉਹ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਆਪਣੀ ਇਸਤਰੀਅਤ ਦਾ ਨਿਰਾਦਰ ਸਹਾਰਨਾ ਉਸਦੇ ਵੱਸੋਂ ਬਾਹਰ ਸੀ। ਉਹ ਅੱਗ ਭੰਬੂਕਾ ਹੋ ਕੇ ਬੋਲੀ, ਮੈਨੂੰ ਅਫਸੋਸ ਹੈ ਪੰਡਤ ਜੀ ਕਿ ਇੱਕ ਤਾਂ ਤੁਸੀਂ ਉਮਰ ਦੇ ਲਿਹਾਜ਼ ਨਾਲ ਬਜ਼ੁਰਗ ਹੋ, ਦੂਜਾ ਇਸ ਵੇਲੇ ਮੇਰੇ ਘਰ ਵਿੱਚ ਹੋ। ਮੈਂ ਨਾ ਤਾਂ ਘਰ ਆਏ ਦਾ ਨਿਰਾਦਰ ਕਰ ਸਕਦੀ ਹਾਂ, ਨਾ ਹੀ ਬਜ਼ੁਰਗ ਦਾ। ਪਰ ਇਤਨੀ ਗੱਲ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਭੁਲੇਖੇ ਵਿੱਚ ਹੋ ਜੋ ਇਸ ਪੁੰਨਿਆ ਨੂੰ ਤੁਸੀਂ ਆਮ ਕੁੜੀਆਂ ਵਰਗੀ ਸਮਝਿਆ ਹੈ। ਤੁਹਾਡੀਆਂ ਇਹਨਾਂ ਧਮਕੀਆਂ ਦਾ ਮੇਰੇ ਉੱਤੇ ਇਤਨਾ ਵੀ ਅਸਰ ਨਹੀਂ ਜਿੰਨੀ ਮਾਂ ਉੱਤੇ ਸਫੇਦੀ। ਤੁਹਾਡੇ ਵਰਗੇ ਬਜ਼ੁਰਗ ਦੇ ਮੂੰਹੋਂ ਇਹੋ ਜਿਹੀ ਨਿਰਾਦਰ ਭਰੀ ਧਮਕੀ ਸ਼ੋਭਦੀ ਨਹੀਂ ਸੀ ਜਿਹੜੀ ਤੁਸੀਂ ਮੈਨੂੰ ਦਿੱਤੀ ਹੈ। ਜਿਸ ਡਾਕਟਰ ਆਨੰਦ ਨਾਲ ਤੁਸੀਂ ਮੈਨੂੰ ਮਨਸੂਬ ਕੀਤਾ ਹੈ, ਮੈਨੂੰ ਬਿਲਕੁਲ ਮੁਕਰਨ ਦੀ ਲੋੜ ਨਹੀਂ, ਨਾ ਸ਼ਰਮਾਉਣ ਦੀ ਕਿ ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ। ਮੇਰੇ ਦਿਲ ਵਿੱਚ ਉਹਨਾਂ ਲਈ ਬਹੁਤ ਉੱਚੀ ਸ਼ਰਧਾ ਹੈ, ਪਰ ਇਸ ਵਿੱਚ ਦੁਨੀਆਦਾਰੀ ਦਾ ਰੰਗ ਅੱਜ ਤੱਕ ਉੱਕਾ ਨਹੀਂ ਆਇਆ। ਜੇ ਮੈਂ ਇਸ ਗੱਲ ਨੂੰ ਵੀ ਕੋਈ ਨਾ ਮੁਨਾਸਿਬ
ਨਹੀਂ ਸਮਝਦੀ ਕਿ ਸਾਡੇ ਦੋਹਾਂ ਦੀ ਜ਼ਿੰਦਗੀ ਦੇ ਮਿਆਰ ਜੇਕਰ ਸਾਂਝੇ ਹੋ ਜਾਣ ਤਾਂ ਅਸੀਂ ਪਤੀ ਪਤਨੀ ਬਣ ਜਾਈਏ। ਪਰ ਇਹੋ ਜਿਹਾ ਮੌਕਾ ਜੇ ਕਦੀ ਆਇਆ ਤਾਂ ਮੈਂ ਵੱਜ ਵਜਾ ਕੇ ਉਹਨਾਂ ਨੂੰ ਪਤੀ ਰੂਪ ਵਿੱਚ ਅਪਣਾਵਾਂਗੀ। ਇਸ ਵਿੱਚ ਮੈਨੂੰ ਨਾ ਤਾਂ ਸਮਾਜ ਦਾ ਡਰ ਹੋਵੇਗਾ, ਨਾ ਤੁਸਾਂ ਵਰਗੇ ਮਹਾਪੁਰਸ਼ਾਂ ਦਾ। ਪਰ ਇਹ ਉਸੇ ਹਾਲਤ ਵਿੱਚ ਹੋਵੇਗਾ ਜੇ ਕੋਈ, ਭਾਵੇਂ ਡਾਕਟਰ ਆਨੰਦ ਹੋਵੇ, ਭਾਵੇਂ ਉਸ ਤੋਂ ਵੀ ਵੱਡਾ ਵਡੇਰਾ, ਮੇਰੀ ਕਸੌਟੀ ਉੱਤੇ ਪੂਰਾ ਉਤਰੇਗਾ। ਇਹ ਵੀ ਸੁਣ ਛੱਡੋ ਕਿ ਜੇ ਸੱਚਮੁੱਚ ਡਾਕਟਰ ਆਨੰਦ ਇਹੋ ਕੁਝ ਸਾਬਿਤ ਹੋਇਆ ਜੋ ਤੁਸੀਂ ਇਸ ਵੇਲੇ ਦੱਸ ਰਹੇ ਹੋ, ਤਾਂ ਮੈਂ ਡਾਕਟਰ ਆਨੰਦ ਨੂੰ ਵੀ ਓਨੀ ਹੀ ਨਫ਼ਰਤ ਕਰਾਂਗੀ ਜਿੰਨੀ ਤੁਹਾਨੂੰ ਕਰਦੀ ਹਾਂ। ਮੇਰਾ ਖਿਆਲ ਹੈ ਤੁਹਾਡੇ ਆਰਾਮ ਕਰਨ ਦਾ ਵਕਤ ਹੋ ਗਿਆ ਹੋਵੇਗਾ। ਮੈਂ ਵੀ ਅੱਜ ਕੁਝ ਵਧੇਰੇ ਥੱਕੀ ਹੋਈ ਹਾਂ। ਪੁੰਨਿਆ ਵੱਲੋਂ ਕਹੇ ਹੋਏ ਸ਼ੇਕੜਲੇ ਵਾਕ ਦਾ ਅਰਥ ਨਿਕਲ ਜਾਓ ਦਾ ਸੰਕੇਤ ਸੀ, ਜਿਸ ਨੂੰ ਸਮਝ ਕੇ ਉੱਠ ਖੜੇ ਹੋਏ ਤੇ ਬਿਨਾਂ ਹੋਰ ਕੁਝ ਬੋਲਿਆਂ ਕਮਰੇ ਵਿੱਚੋਂ ਬਾਹਰ ਨਿਕਲ ਗਏ। ਧੰਨਵਾਦ।